ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਪਾਵ ਸੁਹਾਵੇ ਜਾਨ ਤੋ ਧਿਰ ਝੁਲਦੇ ਸੀਸ ਸੁਹਾਵਾ ਚਰਨੀ ਮੁਖ ਸੁਹਾਵਾ ਜਾਨ ਤੋ ਜਸ ਗਾਵੇ ਜਿਉ ਪਿਆ ਤੋ ਸ਼ਰਨੀ ਤੈਂਡੀ ਬੰਦਿਸ਼ ਮੈਂ ਕੋਈ ਨਾ ਡਿਠਾ ਤੂੰ ਨਾਨਕ ਮਨ ਪਾਣਾ ਕੋਲ ਕਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਇਆਲਾ ਨਾਨਕ ਕਰਕੇ ਗੋਲੇ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਜਿਸ ਕੋ ਬਿਸਰੈ ਪ੍ਰਾਨ ਪਤ ਦਾਤਾ ਸੋਈ ਗਨਹੁ ਅਭਾਗਾ ਚਰਨ ਕਮਲ ਜਾ ਕਾ ਮਨ ਰਾਗਿਓ ਅਮੈ ਸਰੋਵਰ ਪਾਗਾ ਜਿਸ ਕੋ ਬਿਸਰੈ ਪ੍ਰਾਨ ਪਤ ਦਾਤਾ ਸੋਈ ਗਨਹੁ ਅਭਾਗਾ ਚਰਨ ਕਮਲ ਜਾ ਕਾ ਮਨ ਰਾਗਿਓ ਅਮੈ ਸਰੋਵਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਛੀਜ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਾਗਾ ਰਹਾਉ ਜਹ ਜਹ ਪੇਖੋ ਤਹ ਨਾਰਾਇਣ ਸਗਲ ਘਟਾ ਮਹਿ ਤਾਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗਾ ਜਹ ਜਹ ਪੇਖੋ ਤਹ ਨਾਰਾਇਣ ਸਗਲ ਘਟਾ ਮਹਿ ਤਾਗਾ
ਨਾਮ ਉਦਕ ਪੀਵਤ ਜਨ ਨਾਨਕ, ਤਿਆਗੇ ਸਭ ਅਨੁਰਾਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹਿਨशाह ਹਰ ਦੋ ਆਲਮ ਸਾਹਿਬ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤ ਸੰਗਿਓ, ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ, ਆਪ ਵਡਭਾਗੀ ਹੋ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਰਗਾਹ ਅੰਦਰ ਬੈਠ ਕੇ ਜਿੱਥੇ ਰੱਬੀ ਬਾਣੀ, ਅਲਾਹੀ ਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ, ਉੱਥੇ ਸਤਿਗੁਰੂ ਜੀ ਨੇ ਮਹਾਨ ਬਖਸ਼ਿਸ਼ ਅਨਾਇਤ ਕੀਤੀ ਹੈ ਕਿ ਰੋਜ਼ ਦੀ ਬਣੀ ਹੋਈ ਮਰਿਆਦਾ ਅਨੁਸਾਰ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਤੋਂ ਸਮੁੱਚੀ ਮਾਨਵਤਾ ਵਾਸਤੇ ਜੋ ਹੁਕਮ ਦੀ ਬਖਸ਼ਿਸ਼ ਹੋਈ ਹੈ, ਉਸ ਦੀ ਵਿਚਾਰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਰਲ ਮਿਲ ਕੇ ਕਰਨ ਦਾ ਸਾਨੂੰ ਸੁਭਾਗ ਪ੍ਰਾਪਤ ਹੋਇਆ ਹੈ। ਸਤਿਗੁਰੂ ਜੀ ਆਪ ਹੀ ਸਿਰ ਤੇ ਹੱਥ ਰੱਖ ਕੇ ਅੰਦਰ ਦਾ ਟਿਕਾਊ ਬਖਸ਼ਿਸ਼ ਕਰਕੇ ਵਿਚਾਰ ਕਰਵਾ ਲੈਣ। ਇੱਕ ਵਾਰੀ ਸਾਰੀ ਸੰਗਤ ਰਲ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਫਿਰ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾਂ। ਜਿਸ ਕੋ ਬਿਸਰੈ ਪ੍ਰਾਨ ਪਤ ਦਾਤਾ, ਸੋਈ ਗਨਹੁ ਅਭਾਗਾ। ਅੱਜ ਦਾ ਇਹ ਜੋ ਮੁਬਾਰਕ ਹੁਕਮ ਹੈ, ਤਨਾਸਰੀ ਰਾਗ ਅੰਦਰ ਪੰਚਮ ਗੁਰਦੇਵ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ, ਔਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 682 ਤੇ ਇਹ ਸਬਾਇਮਾਨ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਅੱਜ ਇਹ ਬਖਸ਼ਿਸ਼ ਪੈ ਕਰਦੇ ਨੇ ਕਿ ਹੇ ਭਾਈ, ਜਿਸ ਨੂੰ ਵੀ ਉਹ ਪ੍ਰਾਣਾਂ ਦਾ ਪਤੀ, ਪ੍ਰਾਣਪਤ, ਉਹ ਪਰਿਪੂਰਨ ਪਰਮਾਤਮਾ ਭੁੱਲ ਗਿਆ, ਸਮਝ ਲੈਣਾ ਇਸ ਜਗਤ ਵਿੱਚ ਉਸ ਤੋਂ ਮਾੜੇ ਭਾਗਾਂ ਵਾਲਾ ਕੋਈ ਹੈ ਹੀ ਨਹੀਂ ਹੈ। ਸਭ ਤੋਂ ਮਾੜੇ ਭਾਗ ਉਸ ਮਨੁੱਖ ਦੇ ਨੇ ਜਿਹਨੂੰ ਉਹ ਮਾਲਕ ਵਿਸਰ ਗਿਆ ਜਿਨੇ ਇਹ ਜੀਵਨ ਦਿੱਤਾ ਹੈ। ਕਿਉਂਕਿ ਪ੍ਰਾਣ ਦੇਣ ਵਾਲਾ ਉਹ ਮਾਲਕ ਆਪ ਹੈ। ਜਿਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ। ਜਿਸ ਨੇ ਇਹ ਸਰੀਰ, ਇਸ ਨੂੰ ਹੀ ਕੇਵਲ ਨਹੀਂ ਸਾਜਿਆ, ਇਹਦੇ ਵਿੱਚ ਜਿੰਦ ਵੀ ਪਾਈ ਹੈ। ਔਰ ਜਿਹੜਾ ਸਵਾਸ ਦੇ ਰਿਹਾ ਸਾਨੂੰ, ਸੱਚ ਜਾਣਿਓ ਅਸੀਂ ਸਵਾਸ ਆਪ ਨਹੀਂ ਜੇ ਲੈਂਦੇ, ਉਹ ਪ੍ਰਾਣਾਂ ਦਾ ਪਤੀ ਜਿਹੜੇ ਨਾ ਉਹ ਸਵਾਸ ਦੇ ਰਿਹਾ ਹੈ। ਔਰ ਇੱਕ ਇੱਕ ਸਵਾਸ ਜਿਹੜੇ ਨਾ ਉਹਦੀ ਗਿਣਤੀ ਹੈ। ਦੇਣ ਵਾਲਾ ਉਹ ਮਾਲਕ ਹੈ। ਜਿਹੜਾ ਕੰਮ ਅਸੀਂ ਆਪ ਕਰਾਂਗੇ, ਅਸੀਂ ਓਨੀ ਦੇਰ ਹੀ ਕਰਾਂਗੇ ਜਿੰਨੀ ਦੇਰ ਜਾਗਰਤ ਅਵਸਥਾ ਵਿੱਚ ਆ।
ਤੁਸੀਂ ਕੋਈ ਪੁਸਤਕ ਪੜ੍ਹਦੇ ਹੋ, ਕਿੰਨੀ ਦੇਰ ਪੜ੍ਹੋਗੇ? ਜਿੰਨੀ ਦੇਰ ਜਾਗਦੇ ਹੋ। ਜਦੋਂ ਨੀਂਦ ਆ ਗਈ ਤੇ ਪੁਸਤਕ ਹੱਥ 'ਚੋਂ ਗਿਰ ਜਾਏਗੀ, ਨਹੀਂ ਪੜ੍ਹੀ ਜਾ ਸਕਦੀ। ਕਲਮ ਲੈ ਕੇ ਤੁਸੀਂ ਕੁਝ ਲਿਖ ਰਹੇ ਹੋ, ਓਨੀ ਦੇਰ ਲਿਖੋਗੇ ਜਿੰਨੀ ਦੇਰ ਜਾਗਰਤ ਅਵਸਥਾ ਵਿੱਚ। ਜਦੋਂ ਕਿਤੇ ਨੀਂਦ ਦਾ ਝੋਕਾ ਆਇਆ ਤੇ ਕਲਮ ਹੱਥ 'ਚੋਂ ਗਿਰ ਜਾਏਗੀ, ਨਹੀਂ ਲਿਖਿਆ ਜਾਂਦਾ। ਹੈਰਾਨਗੀ ਉਦੋਂ ਹੁੰਦੀ ਹੈ ਕਿ ਜਿੰਨੀ ਮਰਜ਼ੀ ਗਹਿਰੀ ਨੀਂਦ ਮਨੁੱਖ ਸੁੱਤਾ ਹੈ, ਸਵਾਸ ਫਿਰ ਵੀ ਚੱਲੀ ਜਾ ਰਹੇ ਨੇ। ਸਮਝ ਆ ਗਈ ਕਿ ਸਵਾਸ ਇਹ ਆਪ ਲੈਂਦਾ ਹੀ ਨਹੀਂ, ਉਹ ਮਾਲਕ ਇਹਨੂੰ ਦੇ ਰਿਹਾ ਹੈ। ਉਹ ਪਰਮਾਤਮਾ ਸਵਾਸ ਦਿੰਦਾ ਹੈ, ਪ੍ਰਾਣਾਂ ਦਾ ਪਤੀ ਉਹ ਹੈ। ਤੇ ਜਿਸ ਪਰਮਾਤਮਾ ਨੇ ਇੱਕ ਇੱਕ ਸਵਾਸ ਸਾਨੂੰ ਦੇ ਰਿਹਾ ਹੈ, ਜਿਸ ਨੇ ਉਸ ਮਾਲਕ ਨੂੰ ਭੁਲਾ ਦਿੱਤਾ, ਉਹਦੇ ਤੋਂ ਮਾੜੇ ਭਾਗਾਂ ਵਾਲਾ ਇਸ ਰੂਹੇ ਜ਼ਮੀਨ ਤੇ ਕੋਈ ਵੀ ਨਹੀਂ। ਪਰ ਹਕੀਕਤ ਇਹ ਹੈ ਜੀ ਕਿ ਬੰਦੇ ਨੂੰ ਬਾਕੀ ਸਭ ਕੁਝ ਚੇਤੇ ਜੇ ਬੰਦੇ ਨੇ ਭੁਲਾਇਆ ਹੀ ਉਸ ਨੂੰ ਹੈ। ਬਾਕੀ ਤੇ ਬੜਾ ਕੁਛ ਇਹਨੂੰ ਯਾਦ ਹੈ, ਪਰ ਇਹਨੂੰ ਨਹੀਂ ਚੇਤੇ ਆਉਂਦਾ ਤੇ ਕੇਵਲ ਪਰਮਾਤਮਾ ਹੀ ਚੇਤੇ ਨਹੀਂ ਆਉਂਦਾ। ਦਾਸ ਤੇ ਵਿਦਿਆ ਦਾਤਾ ਪੰਥ ਰਤਨ ਸੱਚਖੰਡ ਵਾਸੀ ਗੁਰਮਤਿ ਵਿਦਿਆ ਮਾਰਤੰਡ ਮਾਨਯੋਗ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ, ਉਹ ਇੱਕ ਬੜਾ ਪਿਆਰਾ ਬਚਨ ਕਰਿਆ ਕਰਦੇ ਸਨ। ਉਹ ਕਹਿੰਦੇ ਨੇ ਕਿ ਮਨੁੱਖ ਨੇ ਪਰਮਾਤਮਾ ਨੂੰ ਭੁਲਾਇਆ, ਗਵਾਇਆ ਨਹੀਂ ਹੈ, ਗਵਾ ਨਹੀਂ ਸਕਦਾ। ਉਸਨੇ ਭੁਲਾਇਆ। ਕਈ ਵਾਰੀ ਚੀਜ਼ ਘਰ ਵਿੱਚ ਹੀ ਹੁੰਦੀ ਹੈ, ਘਰ ਵਿੱਚ ਪਈ ਹੈ ਲੇਕਿਨ ਭੁੱਲ ਗਈ, ਮਨੁੱਖ ਨੂੰ ਯਾਦ ਨਹੀਂ ਹੈ। ਕਿਤੇ ਸਫਾਈ ਕਰਦਿਆਂ ਉਹ ਚੀਜ਼ ਸਾਹਮਣੇ ਆ ਗਈ ਤੇ ਹੈਰਾਨ ਹੋ ਕੇ ਕਹਿੰਦਾ ਹੈ ਇਹ ਵੀ ਘਰ ਵਿੱਚ ਪਈ ਸੀ, ਇਹਦਾ ਤੇ ਚੇਤਾ ਹੀ ਨਹੀਂ, ਇਹ ਤੇ ਯਾਦ ਹੀ ਨਹੀਂ ਹੈ ਘਰ ਵਿੱਚ ਹੈ ਪਰ ਯਾਦ ਨਹੀਂ। ਕਿਉਂ? ਬੰਦਾ ਭੁੱਲ ਗਿਆ, ਇਸ ਨੇ ਭੁਲਾ ਦਿੱਤਾ। ਇੱਕ ਮੱਛੀ ਜਿੰਨਾ ਮਰਜ਼ੀ ਯਤਨ ਕਰੇ, ਇੱਕ ਟਿਕਾਣੇ ਤੋਂ ਦੂਜੇ ਟਿਕਾਣੇ ਤੇ ਪਹੁੰਚ ਜਾਂਦੀ ਹੈ, ਕਈ ਕਈ ਮੀਲਾਂ ਦਾ ਉਹ ਸਫ਼ਰ ਤੈਅ ਕਰਦੀ ਹੈ, ਪਰ ਲੱਖ ਵੀ ਯਤਨ ਕਰੇ ਉਹ ਕਦੇ ਵੀ ਸਾਗਰ ਤੋਂ ਦੂਰ ਨਹੀਂ ਜਾ ਸਕਦੀ, ਪਾਣੀ ਤੋਂ ਦੂਰ ਨਹੀਂ ਜਾ ਸਕਦੀ, ਕਿਉਂਕਿ ਪਾਣੀ ਤੇ ਉਹਦਾ ਜੀਵਨ ਹੈ। ਅਗਰ ਪਾਣੀ ਨਹੀਂ ਤੇ ਮੌਤ ਹੈ। ਮਨੁੱਖ ਲੱਖ ਵੀ ਯਤਨ ਕਰੇ ਪਰਮਾਤਮਾ ਤੋਂ ਦੂਰ ਨਹੀਂ ਜਾ ਸਕਦਾ। ਸਿਰਫ ਮਨੁੱਖ ਨੇ ਪਰਮਾਤਮਾ ਨੂੰ ਭੁਲਾਇਆ। ਸ਼ੇਖ ਸ਼ਾਦੀ ਲਿਖਦੇ ਨੇ, ਕਹਿੰਦੇ ਨੇ ਇੱਕ ਸਕੂਲ ਵਿੱਚ ਜਦੋਂ ਮਾਸਟਰ ਨੇ ਆਉਣਾ ਤੇ ਬੱਚਿਆਂ ਨੇ ਖੜੇ ਹੋ ਕੇ ਸਤਿਕਾਰ ਕਰਨਾ, ਤੇ ਮਾਸਟਰ ਦਾ ਤਕੀਆ ਕਲਾਮ ਸੀ ਕਿ ਬੱਚਿਓ ਬੈਠ ਜਾਓ, ਖੁਦਾ ਵਿਆਪਕ ਹੈ, ਖੁਦਾ ਵੇਖ ਰਿਹਾ ਹੈ। ਬੱਚਿਆਂ ਨੇ ਬੈਠ ਜਾਣਾ ਰੋਜ਼ ਇਸੇ ਤਰ੍ਹਾਂ ਹੀ। ਪਰ ਅੱਜ ਇੱਕ ਅਜੀਬ ਘਟਨਾ, ਅੱਜ ਜਦੋਂ ਉਹੀ ਟੀਚਰ ਕਲਾਸ ਵਿੱਚ ਆਇਆ ਤੇ ਬੱਚਿਆਂ ਨੇ ਖੜੇ ਹੋ ਕੇ ਸਤਿਕਾਰ ਕੀਤਾ, ਇਸਤਕਬਾਲ ਕੀਤਾ, ਤੇ ਜਿਹੜਾ ਟੀਚਰ ਕਹਿੰਦਾ ਸੀ ਨਾ ਕਿ ਬੱਚਿਓ ਬੈਠ ਜਾਓ, ਖੁਦਾ ਵੇਖ ਰਿਹਾ ਹੈ, ਖੁਦਾ ਵਿਆਪਕ ਹੈ, ਅੱਜ ਉਸਨੇ ਇਹ ਸ਼ਬਦ ਨਹੀਂ ਕਹੇ। ਅੱਜ ਕਹਿਣ ਲੱਗਾ ਬੱਚਿਓ ਇਹ ਦੱਸੋ ਕਿ ਖੁਦਾ ਕਿਹੜੀ ਥਾਂ ਤੇ ਨਹੀਂ ਹੈ। ਅੱਜ ਸਵਾਲ ਹੀ ਉਲਟਾ ਸੀ, ਬੱਚਿਓ ਇਹ ਦੱਸੋ ਖੁਦਾ ਕਿਹੜੀ ਥਾਂ ਤੇ ਨਹੀਂ ਹੈ। ਤੇ ਸਾਰੇ ਬੱਚੇ ਨੀਵੀਂ ਪਾ ਕੇ ਬੈਠੇ ਨੇ, ਇੱਕ ਨੇ ਹੱਥ ਖੜਾ ਕਰ ਦਿੱਤਾ, ਕਹਿਣ ਲੱਗਾ ਉਸਤਾਦ ਜੀ ਮੈਂ ਦੱਸਾਂ। ਜਦੋਂ ਉਸ ਬੱਚੇ ਨੇ ਹੱਥ ਖੜਾ ਕੀਤਾ ਤੇ ਉਸਤਾਦ ਨੂੰ ਵੀ ਗੁੱਸਾ ਆਇਆ। ਗੁੱਸੇ ਵਿੱਚ ਕੁਝ ਸ਼ਬਦ ਬੋਲਦਿਆਂ ਕਹਿਣ ਲੱਗਾ ਸਾਰਿਆਂ ਤੋਂ ਮੂਰਖ ਤੂੰ ਹੀ ਹੈ। ਉਸਨੇ ਕਿਹਾ ਕਿਉਂ? ਕਹਿਣ ਲੱਗਾ ਮੈਂ ਤੇ ਸਵਾਲ ਹੀ ਗਲਤ ਕੀਤਾ ਹੈ, ਔਰ ਜਾਣ ਬੁੱਝ ਕੇ ਗਲਤ ਕੀਤਾ, ਤੇ ਤੂੰ ਉਹਦਾ ਜਵਾਬ ਦੇਣ ਲਈ ਖੜਾ ਹੋ ਗਿਆ। ਜੇ ਸਵਾਲ ਗਲਤ ਹੈ ਤੇ ਜਵਾਬ ਕਦੇ ਵੀ ਠੀਕ ਨਹੀਂ ਹੋ ਸਕਦਾ। ਬੱਚਾ ਬੜਾ ਸਿਆਣਾ ਸੀ, ਹੱਥ ਜੋੜ ਕੇ ਕਹਿਣ ਲੱਗਾ ਉਸਤਾਦ ਜੀ ਤੁਸੀਂ ਉਸਤਾਦ ਹੋ,
ਅਸੀਂ ਸ਼ਾਗਿਰਦ ਹਾਂ। ਤੁਹਾਡਾ ਸਵਾਲ ਗਲਤ ਨਹੀਂ ਹੋ ਸਕਦਾ, ਹਾਂ ਮੇਰਾ ਜਵਾਬ ਗਲਤ ਹੋ ਸਕਦਾ ਹੈ। ਤੁਹਾਡਾ ਸਵਾਲ ਗਲਤ ਨਹੀਂ ਹੋ ਸਕਦਾ। ਹੈਰਾਨ ਵੀ ਹੋਇਆ ਤੇ ਖਿੱਝ ਕੇ ਕਹਿਣ ਲੱਗਾ, ਫਿਰ ਦੱਸ ਇਹਦਾ ਕੀ ਜਵਾਬ ਹੈ? ਉਹ ਕਿਹੜੀ ਥਾਂ ਹੈ ਜਿੱਥੇ ਖੁਦਾ ਨਹੀਂ ਹੈ? ਬੱਚਾ ਹੱਥ ਜੋੜ ਕੇ ਕਹਿਣ ਲੱਗਾ, ਉਸਤਾਦ ਜੀ ਉਂਝ ਤਾਂ ਖੁਦਾ ਹਰ ਜ਼ਰਰੇ ਵਿੱਚ ਵਿਆਪਕ ਹੈ, ਹਰ ਕਣ ਵਿੱਚ ਉਹਦਾ ਵਸ ਹੈ, ਪਰ ਇੱਕ ਥਾਂ ਤੇ ਖੁਦਾ ਨਹੀਂ। ਪੁੱਛਿਆ ਕਿੱਥੇ? ਕਹਿਣ ਲੱਗਾ ਬੰਦੇ ਦੀ ਯਾਦ ਵਿੱਚ ਨਹੀਂ ਹੈ, ਬੰਦੇ ਦੇ ਚੇਤੇ ਵਿੱਚ ਖੁਦਾ ਨਹੀਂ ਹੈ, ਬਾਕੀ ਸਾਰੀਆਂ ਥਾਵਾਂ ਤੇ ਹੈ। ਇਸੇ ਕਰਕੇ ਕਿਹਾ ਜਾਂਦਾ ਸਿਮਰਨ ਕਰੋ। ਸਿਮਰਨ ਕਰਨਾ ਕੀ ਹੈ? ਯਾਦ ਕਰਨਾ, ਚੇਤੇ ਕਰਨਾ। ਤੇ ਚੇਤੇ ਕਿਹਨੂੰ ਕੀਤਾ ਜਾਂਦਾ? ਜਿਹੜੀ ਚੀਜ਼ ਭੁੱਲ ਜਾਏ। ਜਿਹੜੀ ਚੀਜ਼ ਸਾਡੇ ਚਿੱਤ ਵਿੱਚ ਨਹੀਂ ਹੈ, ਭੁੱਲ ਗਈ ਹੈ, ਉਹਨੂੰ ਯਾਦ ਕਰਨਾ ਹੈ। ਪਰਮਾਤਮਾ ਨੂੰ ਮਨੁੱਖ ਨੇ ਭੁਲਾ ਦਿੱਤਾ, ਬਸ ਇਹੀ ਇਹਦੇ ਦੁੱਖਾਂ ਦਾ ਇੱਥੋਂ ਪੰਧ ਸ਼ੁਰੂ ਹੋਇਆ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦੀਪਾਲਪੁਰ ਦੀ ਧਰਤੀ ਤੇ ਉਸ ਕੋੜੀ ਨੂੰ ਉਪਦੇਸ਼ ਕਰਦਿਆਂ ਇਹੀ ਸ਼ਬਦ ਕਹੇ ਸਨ, ਜਿਸ ਕੋੜੀ ਨੂੰ ਨਗਰ ਤੋਂ ਬਾਹਰ ਕੱਢਿਆ, ਜਿਸ ਦਾ ਪਰਛਾਵਾਂ ਲੈਣ ਲਈ ਕੋਈ ਤਿਆਰ ਨਹੀਂ, ਪਰ ਦੀਨ ਦੁਨੀ ਦੇ ਮਾਲਕ ਗੁਰੂ ਨਾਨਕ ਦੇ ਮਹਾਰਾਜ ਉਹਦੀ ਝੁੱਗੀ ਵਿੱਚ ਚਲੇ ਗਏ। ਝੁੱਗੀ ਵਿੱਚ ਜਾ ਕੇ ਗੁਰੂ ਨਾਨਕ ਨੇ ਮਿਹਰ ਦੀ ਨਦਰ ਕੀਤੀ। ਤੇ ਸੱਚ ਜਾਣਿਓ, ਮੇਰੇ ਗੁਰੂ ਨਾਨਕ ਦੀ ਨਦਰ ਐਸੀ ਹੈ ਜਿਹਦੇ ਤੇ ਵੀ ਪੈ ਗਈ ਨਾ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਕੋੜ ਦਾ ਰੋਗ ਕੱਟਿਆ ਗਿਆ, ਚਰਨ ਫੜ ਲਏ ਘੁੱਟ ਕੇ। ਤੇ ਮੇਰੇ ਪਾਤਸ਼ਾਹ ਜੀ ਨੇ ਉੱਥੇ ਵੀ ਉਪਦੇਸ਼ ਕਰਦਿਆਂ ਕਿਹਾ ਸੀ, ਪਿਆਰਿਆ ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੇ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਕਹਿੰਦੇ ਨੇ ਜਿਸ ਨੂੰ ਵੀ ਬਾਣੀ ਵਿਸਰ ਗਈ ਨਾ, ਉਹਦਾ ਜੀਵਨ ਇਸ ਤਰ੍ਹਾਂ ਦਾ ਜਿਵੇਂ ਕੋੜ ਦੇ ਰੋਗੀ ਦਾ ਜੀਵਨ ਹੋਵੇ, ਜਿਵੇਂ ਕੋੜ ਦਾ ਰੋਗੀ ਹੈ, ਜਿਸ ਨੂੰ ਉਹ ਮਾਲਕ ਵਿਸਰ ਗਿਆ। ਮੇਰੇ ਪਾਤਸ਼ਾਹ ਜੀ ਕਹਿੰਦੇ ਨੇ, ਬਸੰਤ ਸਵਰਗ ਲੋਕ ਹੈ, ਜਿਤ ਤੇ ਪ੍ਰਿਥਵੀ ਨਵ ਖੰਡਣੇ। ਕਹਿੰਦੇ ਨੇ ਬੰਦਾ ਐਸੀ ਥਾਂ ਤੇ ਰਹਿੰਦਾ ਹੋਵੇ, ਬਸੰਤ ਸਵਰਗ ਲੋਕ ਹੈ। ਸਵਰਗ, ਹੁਣ ਸਵਰਗ ਦਾ ਬੜਾ ਜ਼ਿਕਰ ਆਉਂਦਾ, ਪਰ ਹਕੀਕਤ ਵਿੱਚ ਸਵਰਗ ਕੀ ਹੈ? ਕਿ ਜੋ ਤੁਹਾਡੇ ਅੰਦਰ ਦੀ ਭਾਵਨਾ ਪ੍ਰਸਥਿਤੀ ਹੈ, ਉਸ ਦੇ ਅਨੁਕੂਲ ਜੇ ਤੁਹਾਨੂੰ ਕੁਝ ਮਿਲ ਗਿਆ ਤੇ ਸਮਝ ਲੈਣਾ ਸਵਰਗ ਹੈ। ਸਵੈਮ ਵਰਗ, ਸਵਰਗ ਤੋਂ ਭਾਵ ਕੀ ਹੈ? ਸਵੈਮ ਵਰਗ। ਇੱਕ ਬੰਦਾ ਬਾਣੀ ਪੜ੍ਹਨ ਵਾਲੇ ਨਾ, ਉਹ ਕਿਤੇ ਪਿਆਰ ਵਿੱਚ ਭਿੱਜ ਕੇ ਗੁਰਦੁਆਰੇ ਬੈਠ ਕੇ ਬਾਣੀ ਪੜ੍ਹਦਾ ਹੋਵੇ ਤੇ ਉਹਨੂੰ ਪੁੱਛ ਕੇ ਵੇਖਿਓ, ਉਹ ਕਹੇਗਾ ਕਿ ਮੈਂ ਤੇ ਸਵਰਗ ਵਿੱਚ ਬੈਠਾ ਸੀ। ਇੱਕ ਮਨੁੱਖ ਨਸ਼ੇ ਕਰਨ ਵਾਲਾ, ਉਸ ਨੂੰ ਸ਼ਰਾਬ ਦੀ ਬੋਤਲ ਮਿਲ ਗਈ ਤੇ ਉਹ ਪੀ ਕੇ ਕਹਿੰਦਾ ਜੀ ਸਵਰਗਾਂ 'ਚ ਪਏ ਆ। ਉਹਦੇ ਵਾਸਤੇ ਉਹ ਹੀ ਸਵਰਗ ਹੈ, ਸਵੈਮ ਵਰਗ। ਹੁਣ ਸੱਚ ਜਾਣਿਓ, ਕਹਿੰਦੇ ਨੇ ਕਿ ਜੋ ਤੁਹਾਡੇ ਮਨ ਦੀ ਖੁਸ਼ੀ ਹੈ, ਉਹ ਸੰਸਾਰ ਤੁਹਾਨੂੰ ਪ੍ਰਸਥਿਤੀਆਂ ਮਿਲ ਗਈਆਂ, ਬਣ ਗਈਆਂ। ਤੇ ਇਸ ਤਰ੍ਹਾਂ ਦੇ ਉਸ ਸਥਾਨ ਤੇ ਮਨੁੱਖ ਰਹਿੰਦਾ ਹੋਵੇ ਤੇ 9 ਖੰਡ ਪ੍ਰਿਥਵੀ ਦਾ ਜੇਤੂ ਹੋਵੇ, ਇੰਨੀ ਤਾਕਤ ਵੀ ਕੋਲ ਹੈ। ਬਸੰਤ ਸਵਰਗ ਲੋਕ ਹੈ, ਜਿਤ ਤੇ ਪ੍ਰਿਥਵੀ ਨਵ ਖੰਡਣੈ, ਬਿਸਰੰਤ ਹਰਿ ਗੋਪਾਲੇ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣੈ। ਕਹਿੰਦੇ ਨੇ ਜੇ ਕਿਤੇ ਪਰਮਾਤਮਾ ਭੁੱਲ ਗਿਆ ਨਾ, ਪਰਮਾਤਮਾ ਚੇਤੇ ਨਹੀਂ ਆਇਆ, ਤੇ ਸਮਝੋ ਉਦਿਆਨ ਭਰਮਣੇ। ਉਦਿਆਨ ਕਹਿੰਦੇ ਨੇ ਜੰਗਲ ਨੂੰ। ਸਮਝ ਲੈਣਾ ਕਿ ਉਹ ਬੰਦਾ ਕੇਵਲ ਜੰਗਲ ਦੇ ਵਿੱਚ ਹੀ ਭਟਕ ਰਿਹਾ ਹੈ, ਉਸ ਦੇ ਜੀਵਨ ਵਿੱਚ ਕੋਈ ਸੁੱਖ ਨਹੀਂ,
क्योंकि सुखां दे दाते नालों सांझ टुट गई। पातशाह जी कहते ने मोती ता मंदर उसरे रतनी ता होए जड़ाओ, कस्तूर कुंगू अगर चंदन ली पिया बेचाओ, मत देख भूला विसरै तेरा चित ना आवस ना। जिन्ने मर्जी वधिया मंदर होण, रत्ना दे नाल जड़े होण, वधिया वधिया लेप होवे, खाण पीण दी कोई कमी ना होवे, पर हे परमात्मा जे तेरा नाम चेते नहीं ते बाकी सब कुछ किसी भी अर्थ नहीं है। ते जिन्हां नूं नाम चेते है, जिन्हां नूं वो प्राणपत, वो मालक प्राणा दा पति याद है, गुरु सवारियो वो ते सूलां दी सेज ते भी फिर गीत गांदे ने, वो तत्ती तवी ते भी गीत गांदे जे। वो कह सकते ने तेरा किया मीठा लागे, हर नाम पदार्थ नानक मांगे। ये वो रब दे प्यारे ही कह सकते ने। मित्र प्यारे नूं हाल मरीदां दा कहना, तुझ बिन रोग रजाइयां दा ओढ़ण, नाग नवासां दे रहना। गुरु सवारियो वो सुखां दा दाता जिस नूं भी भुल गया, ਉਹਦੇ जीवन में केवल ते केवल दुख है। सांझ केवल उस मालक दे नाल जो सुख को चाहे सदा। माया दा सुख सदीवी सुख नहीं हुंदा। अज मेरे कोल है तो मैं बड़ा सुखी हाँ, कल नूं जांदी रही तो उन्ना ही ज़्यादा दुखी होवांगा। अज औलाद मेरे कोल है तो मैनूं सुख महसूस हुंदा है, कल नूं औलाद माड़ी निकल आवे तो वही बंदा भुब्बा मार मार रोंदा है। सदीवी सुख नहीं। हाँ, सदीवी सुख पातशाह जी कहंदे ने जे चाहना है तो फिर उस सुखां दे दाते दे नाल सांझ पा, ओदी शरण विच आएगा तो तां तैनूं सदीवी सुख मिलेगा। तो मेरे पातशाह जी बख्शिश पे करते ने, आओ बड़े ही प्यार नाल सरवण करिए। सतगुरु जी कहते ने जिसको बिसरे प्राण पत दाता, सोई गणो अभागा। भाव वो सब तो माड़े भागां वाला है जिसनों वो परिपूर्ण परमात्मा विसर गया है। चरण कमल जाका मन राग्यो, अमै सरोवर पागा। पर जिसदा मन चरण कमल, कमल नालों भी सोहने चरण भाव परिपूर्ण परमात्मा दे शब्द दे नाल, नाम दे नाल जिदा मन रंगिया गया, चरण कमल जाका मन राग्यो, अम्यो सरोवर पागा। समझ लेना कि उसने वो आत्मक जीवन देण वाला नाम रूपी जिहड़ा सरोवर है उस दे नाल सांझ पा लई है। उस नूं आत्मक जीवन फिर मिलेगा, और मिलेगा गुरु दे चरनां विचों, मिलेगा नाम विचों, मिलेगा शब्द विचों। शब्द दे नाल सांझ पावांगे ते फिर वो सदीवी जो आत्मक जीवन देण वाला नाम रूपी अमृत है उस दी प्राप्ति हुंदी है। तेरा जन राम नाम रंग जागा। तेरा जन जेड़े तेरे प्यारे ने, राम नाम जन जागा। राम दे नाम दे नाल जुड़ के अंदरों जाग गया। ਇਹਦਾ मतलब बाकी संसार जिहड़ा है ये सुता होया है। किवें सुता है? गफलत दी नींद। इस नूं ऐसी लोरी दिती माया ने, सदीवी सवा दिता। वेखण नूं संसार जागदा नज़र आउंदा है, पर नहीं, जागदा भी सुता होया है। एक ते वो ने ना जिहड़े सुते सुपने वेखदे ने, नहीं, बहुतात विच जागदियां भी सुपने ही वेखदे ने। पातशाह जी सानू उपदेश करदियां होया समझाते ने
ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ। ਨੈਣ ਸੁੱਤੇ ਨੇ, ਪਰਾਇਆ ਰੂਪ ਵੇਖਦੇ ਨੇ, ਉਹ ਮਾਲਕ ਇਹਨੂੰ ਨਜ਼ਰ ਹੀ ਨਹੀਂ ਆਉਂਦਾ, ਉਸ ਪਾਸਿਓਂ ਸੁੱਤੇ ਹੋਏ ਨੇ, ਵਿਕਾਰਾਂ ਵਿੱਚ ਪਏ ਹੋਏ ਨੇ। ਸ਼ਰਾਵਣ ਸੋਏ ਸੁਣ ਨਿੰਦ ਵਿਚਾਰ। ਤੇ ਕੰਨ ਸੁੱਤੇ ਨੇ, ਕੰਨ ਕੀ ਕਰਦੇ ਨੇ? ਕੇਵਲ ਨਿੰਦਿਆ ਚੁਗਲੀ ਸੁਣਦੇ ਨੇ। ਤੇ ਪਾਤਸ਼ਾਹ ਜੀ ਕਹਿੰਦੇ ਨੇ, ਇਹ ਸਰਵਣੋ ਮੇਰਿਓ ਸਾਚੈ ਸੁਣਨੇ ਨੂੰ ਪਠਾਏ, ਸਾਚੈ ਸੁਣਨੇ ਨੂੰ ਪਠਾਏ। ਸਰੀਰ ਲਾਏ ਸੁਣੋ ਸਤ ਬਾਣੀ। ਪਰ ਉਸ ਪਾਸਿਓਂ ਕੰਨ ਜਿਹੜੇ ਸਨ ਉਹ ਵੀ ਸੌਂ ਗਏ। ਐਸੀ ਮਾਇਆ ਨੇ ਲੋਰੀ ਦਿੱਤੀ। ਰਸਨਾ ਸੋਈ ਲੋਭ ਮੀਠੇ ਸਾਧ, ਮਨ ਸੋਇਆ ਮਾਇਆ ਵਿਸਮਾਦ। ਮਾਇਆ ਦੇ ਨਸ਼ੇ ਵਿੱਚ ਮਨ ਵੀ ਸੁੱਤਾ ਹੋਇਆ। ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਸਾਬਤ ਵਸਤ ਉਹ ਆਪਣੀ ਲੈ। ਕੋਈ ਰੱਬ ਦਾ ਪਿਆਰਾ ਜਾਗਦਾ, ਨਹੀਂ ਤੇ ਸੁੱਤੜੇ ਅਸੰਖ ਮਾਇਆ ਝੂਠੀ ਕਾਰਣੇ। ਨਾਨਕ ਸੇ ਜਗਨ ਜੇ ਰਸਨਾ ਨਾਮ ਉਚਾਰਣੇ। ਜਿਹੜੇ ਨਾਮ ਨਾਲ ਜੁੜੇ ਨੇ ਉਹ ਹੀ ਜਾਗਦੇ ਨੇ, ਨਹੀਂ ਤੇ ਬਹੁਤਾਤ ਵਿੱਚ ਸੁੱਤੇ ਹੋਏ ਨੇ। ਤੋ ਪਾਤਸ਼ਾਹ ਜੀ ਕਹਿੰਦੇ ਨੇ, ਤੇਰਾ ਜਨ, ਤੇਰਾ ਪਿਆਰਾ, ਉਹ ਰਾਮ ਦੇ ਨਾਮ ਦੇ ਨਾਲ ਜੁੜ ਕੇ ਅੰਦਰੋਂ ਜਾਗ ਗਿਆ। ਨਾਮ ਦੁਆਰਾ ਹੀ ਇਸ ਗਫਲਤ ਦੀ ਨੀਂਦ ਵਿੱਚੋਂ ਜਾਗਿਆ ਜਾ ਸਕਦਾ ਹੈ। ਤੇ ਪਾਤਸ਼ਾਹ ਜੀ ਇਸੇ ਕਰਕੇ ਕਹਿੰਦੇ ਨੇ, ਜਾਗਣਾ ਜਾਗਣ ਨੀਕਾ, ਹਰ ਕੀਰਤਨ ਮੈਂ ਜਾਗਣਾ। ਉਹਦੀ ਕੀਰਤੀ ਕਰਦਿਆਂ ਜਾ, ਤੇਰੇ ਜੀਵਨ ਦੀ ਸਫਲਤਾ ਹੈ। ਤੋ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ, ਬੜੇ ਪਿਆਰ ਨਾਲ ਸਰਵਣ ਕਰੀਏ ਜੀ। ਆਲਸ ਸ਼ੀਜ ਗਿਆ ਸਭ ਤਨ ਤੇ, ਪ੍ਰੀਤਮ ਸਿਉ ਮਨ ਲਾਗਾ। ਇਹ ਜਦੋਂ ਦਾ ਪਰਮਾਤਮਾ ਦੇ ਨਾਲ ਮਨ ਜੁੜ ਗਿਆ ਨਾ, ਉਸ ਤੋਂ ਲੈ ਕੇ ਹੁਣ ਜਿਹੜਾ ਆਲਸ ਇੰਨਾ ਤੰਗ ਕਰਦਾ ਸੀ, ਉੱਠਣ ਨਹੀਂ ਸੀ ਦਿੰਦਾ, ਉਹ ਇਸ ਤਨ ਤੋਂ ਦੂਰ ਚਲਾ ਗਿਆ। ਹੁਣ ਉਹ ਆਲਸ ਨੇੜੇ ਨਹੀਂ ਆਉਂਦਾ। ਕਿਉਂ? ਕਿਉਂਕਿ ਹੁਣ ਨਾਮ ਦੇ ਨਾਲ ਮਨ ਜੁੜ ਗਿਆ। ਹੁਣ ਅਸਲੀਅਤ ਦੀ ਸਮਝ ਆ ਗਈ ਹੈ। ਜਦੋਂ ਮਨੁੱਖ ਦੇ ਕੋਲ ਹੀਰੇ ਆ ਜਾਣ ਨਾ ਜੀ, ਤੇ ਸੱਚ ਜਾਣਿਓ ਉਦੋਂ ਠੀਕਰੀਆਂ ਆਪੇ ਹੀ ਹੱਥੋਂ ਗਿਰ ਜਾਂਦੀਆਂ ਨੇ। ਉਸ ਵੇਲੇ ਫਿਰ ਸਮਝ ਪੈ ਜਾਂਦੀ ਹੈ। ਜਦੋਂ ਮਨੁੱਖ ਨੂੰ ਇਸ ਗੱਲ ਦੀ ਸਮਝ ਪੈ ਜਾਏ ਨਾ ਕਿ ਮੈਂ ਕਿਸ ਵਾਸਤੇ ਆਇਆ, ਮੈਂ ਕਿੱਥੇ ਪਹੁੰਚਣਾ, ਮੈਂ ਉਸ ਪਰਮਾਤਮਾ ਨੂੰ ਮਿਲਣ ਵਾਸਤੇ ਆਇਆ, ਮੇਰੀ ਮੰਜ਼ਿਲ, ਮੇਰਾ ਡੈਸਟੀਨੇਸ਼ਨ ਮੇਰਾ ਪਰਮਾਤਮਾ ਹੈ, ਮੈਂ ਉੱਥੋਂ ਤੱਕ ਪਹੁੰਚਣਾ ਹੈ। ਜਿਸ ਦਿਨ ਸਮਝ ਪੈ ਗਈ, ਤੇ ਜਿਵੇਂ ਇੱਕ ਉਦਾਹਰਣ ਦਿੰਦੇ ਨੇ ਨਾ ਕਿ ਛੋਟਾ ਜਿਹਾ ਬੱਚਾ ਸੀ ਤੇ ਮੇਲੇ ਵਿੱਚ ਕਿਤੇ ਗਵਾਚ ਗਿਆ, ਜਾਰੋ ਜਾਰ ਰੋ ਰਿਹਾ। ਦੋ ਚਾਰ ਮਨੁੱਖ ਉਹਨਾਂ ਨੇ ਵੇਖਿਆ ਤੇ ਕਹਿਣ ਲੱਗੇ, ਬੇਟਾ ਤੂੰ ਕਿਉਂ ਰੋਣਾ? ਉਹਨੇ ਕਿਹਾ, ਮੈਂ ਆਪਣੇ ਬਾਪੂ ਨਾਲ ਵਿਛੜ ਗਿਆ। ਉਹਨਾਂ ਕਿਹਾ, ਤੈਨੂੰ ਜਿਹੜੀ ਮਠਿਆਈ ਚਾਹੀਦੀ ਹੈ ਦੱਸ, ਤੈਨੂੰ ਜਿਹੜਾ ਖਿਡੌਣਾ ਚਾਹੀਦਾ ਹੈ ਦੱਸ, ਤੂੰ ਜਿਸ ਝੂਲੇ ਤੇ ਬੈਠਣਾ ਦੱਸ, ਅਸੀਂ ਤੈਨੂੰ ਬਿਠਾਵਾਂਗੇ। ਪਰ ਉਹ ਬੱਚਾ ਜਾਰੋ ਜਾਰ ਰੋਂਦਾ ਹੈ। ਉਹ ਕਹਿੰਦਾ, ਮੈਨੂੰ ਝੂਲੇ ਨਹੀਂ ਚਾਹੀਦੇ, ਮੈਨੂੰ ਮਠਿਆਈਆਂ ਨਹੀਂ ਚਾਹੀਦੀਆਂ, ਮੈਨੂੰ ਖਿਡੌਣੇ ਨਹੀਂ ਚਾਹੀਦੇ, ਮੈਨੂੰ ਤੇ ਮੇਰਾ ਬਾਪੂ ਚਾਹੀਦਾ, ਮੈਂ ਬਾਪੂ ਨਾਲ ਵਿਛੜ ਗਿਆ। ਹੁਣ ਸਮਝ ਆ ਗਈ। ਤੇ ਜਦੋਂ ਸਮਝ ਆ ਜਾਏ ਫਿਰ ਨੀਂਦ ਤੰਗ ਨਹੀਂ ਜੇ ਕਰਦੀ। ਫਿਰ ਇਸ ਗੱਲ ਦਾ ਅਹਿਸਾਸ ਹੋ ਜਾਂਦਾ ਹੈ। ਕਾਹਦਾ? ਜਿਵੇਂ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਨਾ ਪੁੱਛਿਆ ਸੀ ਭਾਈ ਤਾਰੂ ਨੂੰ, ਛੋਟਾ ਜਿਹਾ ਬੱਚਾ ਸੀ ਤੇ ਰੋਜ਼ ਹੀ ਆਉਣਾ, ਕਈ ਮਹੀਨੇ ਸਰਦੀ ਗਰਮੀ। ਤੇ ਮੇਰੇ ਸਾਹਿਬ ਜੀ ਕਹਿਣ ਲੱਗੇ, ਬੇਟਾ ਤੈਨੂੰ ਕਦੇ ਆਲਸ ਨੇ ਤੰਗ ਨਹੀਂ ਕੀਤਾ? ਤੈਨੂੰ ਨੀਂਦ ਤੰਗ ਨਹੀਂ ਕਰਦੀ? ਤੇਰੀ ਛੋਟੀ ਜਿਹੀ ਉਮਰ ਹੈ ਤੇ ਤੂੰ ਵੱਡੇ ਅੰਮ੍ਰਿਤ ਵੇਲੇ ਦਰਬਾਰ ਵਿੱਚ ਪਹੁੰਚਣਾ। ਤੇ ਉਹ ਬੱਚਾ ਹੱਥ ਜੋੜ ਕੇ ਕਹਿਣ ਲੱਗਾ, ਮਹਾਰਾਜ ਜਿਹਨੂੰ ਮੌਤ ਸਾਹਮਣੇ ਦਿਸਦੀ ਹੋਵੇ ਨਾ, ਉਹਨੂੰ ਆਲਸ ਤੰਗ ਨਹੀਂ ਜੇ ਕਰਦਾ। ਕਹਿਣ ਲੱਗੇ, ਬੇਟਾ ਤੈਨੂੰ ਮੌਤ ਏਡੀ ਛੋਟੀ ਉਮਰ, ਤੈਨੂੰ ਇਹ ਉਪਰਾਮਤਾ ਕਿੱਥੋਂ ਹਾਸਲ ਹੋ ਗਈ? ਤੇ ਉਹ ਬੱਚਾ ਕਹਿਣ ਲੱਗਾ,
ਬਾਪੂ ਦੇ ਬੇਬੇ ਦੇ ਚੁੱਲ੍ਹੇ ਨੇ, ਮਾਂ ਦੇ ਚੁੱਲ੍ਹੇ ਨੇ ਪ੍ਰੇਰਣਾ ਦੇ ਦਿੱਤੀ। ਇੱਕ ਦਿਨ ਮਾਂ ਨੇ ਕਿਹਾ ਸੀ, ਤਾਰੂ ਮੈਂ ਆਟਾ ਪਈ ਗੁੰਨਣੀ ਆ, ਤੂੰ ਚੁੱਲ੍ਹੇ ਵਿੱਚ ਅੱਗ ਬਾਲ ਦੇ। ਤੇ ਮੈਂ ਅੱਗ ਬਾਲਣੀ ਸ਼ੁਰੂ ਕੀਤੀ। ਕਾਫੀ ਸਮਾਂ ਲੱਗਾ ਰਿਹਾ ਪਰ ਮੇਰੇ ਕੋਲੋਂ ਅੱਗ ਨਾ ਬਲੀ। ਮਾਂ ਨੇ ਆਵਾਜ਼ ਦਿੱਤੀ, ਤਾਰੂ ਅੱਗ ਬਲ ਗਈ। ਮੈਂ ਕਿਹਾ ਨਹੀਂ ਮਾਂ, ਬੜਾ ਹੀ ਯਤਨ ਕੀਤਾ ਪਰ ਮੇਰੇ ਕੋਲੋਂ ਅੱਗ ਨਹੀਂ ਉਹ ਬਲੀ। ਜਦੋਂ ਮਾਂ ਨੇ ਆ ਕੇ ਵੇਖਿਆ ਤੇ ਕਹਿਣ ਲੱਗੀ, ਪੁੱਤਰ ਇਸ ਤਰ੍ਹਾਂ ਅੱਗ ਨਹੀਂ ਬਲਦੀ, ਤੂੰ ਤੇ ਮੋਟੀਆਂ ਲੱਕੜਾਂ ਸਾਰੀਆਂ ਵਿੱਚ ਰੱਖੀਆਂ ਨੇ, ਪਹਿਲਾਂ ਛੋਟੀਆਂ ਛੋਟੀਆਂ ਛਿੱਟੀਆਂ ਰੱਖ, ਉਹਨਾਂ ਨੂੰ ਅੱਗ ਲਾ, ਉਹਨਾਂ ਨੂੰ ਛੇਤੀ ਅੱਗ ਪੈਂਦੀ ਏ, ਫੇਰ ਵੱਡੀਆਂ ਨੂੰ ਲੱਗੇਗੀ। ਮਨ ਵਿੱਚ ਆਇਆ, ਮਨਾ ਜੇ ਅੱਗ ਛੋਟਿਆਂ ਅੰਦਰ ਦੀ ਭਾਵਨਾ ਅੰਦਰੋਂ ਜਾਗ ਗਿਆ। ਤੇ ਜਦੋਂ ਜਾਗ ਜਾਂਦਾ ਨਾ ਜੀ, ਫਿਰ ਆਲਸ ਮਿਟ ਜਾਂਦਾ ਹੈ। ਰਹਾਉ ਜਹ ਜਹ ਪੇਖੋ ਤਹ ਨਾਰਾਇਣ, ਸਗਲ ਘਟਾ ਮਹਿ ਤਾਗਾ। ਕਹਿੰਦੇ ਨੇ ਵੀ ਹੁਣ ਤੇ ਇਹ ਅਵਸਥਾ ਬਣ ਗਈ, ਜੈ ਜੈ ਪੇਖੋ ਤਹ ਨਾਰਾਇਣ। ਜਿਹੜਾ ਪਰਮਾਤਮਾ ਜਿਹਨੂੰ ਬੰਦਾ ਦੂਰ ਸਮਝਦਾ ਸੀ ਨਾ, ਹੁਣ ਜਦੋਂ ਅੰਦਰ ਜਾਗ ਗਿਆ ਤੇ ਹੁਣ ਸਮਝ ਆ ਗਈ ਕਿ ਨਹੀਂ, ਉਹ ਪਰਮਾਤਮਾ ਤੇ ਮੇਰੇ ਨਾਲ ਹੈ। ਬਾਬਾ ਫਰੀਦ ਜੀ ਵੀ ਕਹਿੰਦੇ ਨੇ ਨਾ, ਆਜ ਮਲਾਵਾ ਸ਼ੇਖ ਫਰੀਦ, ਟਾਕਮ ਕੁੰਜੜੀਆਂ ਮਨ ਮਚਿੰਦੜੀਆਂ। ਕਹਿੰਦੇ ਨੇ ਪਰਮਾਤਮਾ ਦੇ ਨਾਲ ਅੱਜ ਹੀ ਮਿਲਾਪ ਹੋਣਾ ਹੈ। ਪਰ ਕਿਵੇਂ? ਕਹਿੰਦੇ ਨੇ ਆਹ ਜਿਹੜੀਆਂ ਸੰਨਾਂ ਵਾਸ਼ਨਾਵਾਂ ਦੀਆਂ ਕੂੰਜਾਂ, ਇਹਨਾਂ ਨੂੰ ਮੈਂ ਟਾਕਮ ਕਰ ਦਿੱਤਾ, ਬਸ ਇਹਨਾਂ ਨੂੰ ਰੋਕ ਲਿਆ। ਜਿਹੜੀਆਂ ਮਨ ਨੂੰ ਮਚਾਉਂਦੀਆਂ ਸਨ, ਪਰਮਾਤਮਾ ਨਾਲੋਂ ਦੂਰ ਲੈ ਕੇ ਜਾਂਦੀਆਂ ਸਨ, ਬਸ ਇਹਨਾਂ ਨੂੰ ਰੋਕ ਲਿਆ। ਹੈ ਹਜ਼ੂਰ ਕਤ ਦੂਰ ਬਤਾਵੋ, ਦੁੰਦਰ ਬਾਂਧੋ ਸੁੰਦਰ ਪਾਵੋ। ਬਸ ਇਹਨਾਂ ਨੂੰ ਫੁਰਨਿਆਂ ਨੂੰ ਰੋਕਣਾ। ਬਾਬਾ ਬੁੱਲੇ ਸ਼ਾਹ ਕਹਿੰਦੇ ਨੇ ਨਾ, ਬੁੱਲਿਆ ਰੱਬ ਦਾ ਕੀ ਪਾਣਾ, ਇਧਰੋਂ ਪੁੱਟਣਾ ਤੇ ਇਧਰ ਲਾਣਾ। ਤੇ ਆਮ ਬੰਦਾ ਕਹਿ ਦਿੰਦਾ ਹੈ ਕਿ ਇਹਦਾ ਕੀ ਮਤਲਬ, ਪਤਾ ਨਹੀਂ ਕਿਸੇ ਬੂਟੇ ਦੀ ਗੱਲ ਕਰਦੇ ਨੇ। ਨਹੀਂ ਪਿਆਰਿਓ, ਬਸ ਇਹ ਮਨ ਨੂੰ ਇੱਕ ਪਾਸਿਓਂ ਹਟਾ ਕੇ ਤੇ ਦੂਜੇ ਪਾਸੇ ਲਾਉਣ ਦੀ ਦੇਰ ਹੈ। ਜਿਸ ਦਿਨ ਵਾਸ਼ਨਾਵਾਂ ਵਾਲੇ ਪਾਸਿਓਂ ਹਟ ਕੇ ਪਰਮਾਤਮਾ ਵਾਲੇ ਪਾਸੇ ਜੁੜ ਗਿਆ, ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ। ਤੋ ਸਤਿਗੁਰੂ ਜੀ ਬਖਸ਼ਿਸ਼ ਪੈ ਕਰਦੇ ਨੇ ਕਿ ਹੁਣ ਇੰਨੀ ਕਿਰਪਾ ਹੋ ਗਈ, ਉਹ ਪਰਮਾਤਮਾ ਹਰ ਵੇਲੇ ਨਜ਼ਰ ਆਉਂਦਾ, ਹਰ ਥਾਂ ਤੇ ਉਸੇ ਦਾ ਹੀ ਨੂਰ, ਹਰ ਚੀਜ਼ ਵਿੱਚ ਉਹ ਪਰਮਾਤਮਾ ਨਜ਼ਰ ਆਉਂਦਾ ਹੈ। ਨਾਮ ਉਦਕ ਪੀਵਤ ਜਨ ਨਾਨਕ, ਤਿਆਗੇ ਸਭ ਅਨੁਰਾਗਾ। ਜਦੋਂ ਨਾਮ ਉਦਕ ਪੀਵਤ ਜਨ ਨਾਨਕ, ਉਦਕ ਕਹਿੰਦੇ ਨੇ ਪਾਣੀ ਨੂੰ, ਜਲ ਨੂੰ। ਨਾਮ ਰੂਪੀ ਅੰਮ੍ਰਿਤ ਜਦੋਂ ਮਿਲ ਗਿਆ ਤੇ ਤਿਆਗੇ ਸਭ ਅਨੁਰਾਗਾ। ਹਰ ਤਰ੍ਹਾਂ ਦਾ ਅਨੁਰਾਗ ਕਹਿੰਦੇ ਨੇ ਜਿਹੜਾ ਪਿਆਰ, ਇੱਕ ਸੰਸਾਰੀ ਪਿਆਰ ਹੈ, ਮੋਹ ਮਾਇਆ ਦਾ ਪਿਆਰ। ਉਹ ਕਹਿੰਦੇ ਨੇ ਜਦੋਂ ਪਰਮਾਤਮਾ ਦੇ ਨਾਲ ਸਾਂਝ ਬਣ ਗਈ ਤੇ ਬਾਕੀ ਚੀਜ਼ਾਂ ਨਾਲੋਂ ਆਪੇ ਹੀ ਪਿਆਰ ਜਿਹੜਾ ਸੀ ਨਾ, ਉਹ ਟੁੱਟ ਗਿਆ। ਔਰ ਉਸ ਪਰਮਾਤਮਾ ਦੇ ਨਾਲ ਪਿਆਰ ਬਣ ਗਿਆ, ਬਾਕੀ ਚੀਜ਼ਾਂ ਦੇ ਨਾਲੋਂ ਮੋਹ ਜਿਹੜਾ ਸੀ ਨਾ, ਉਹ ਟੁੱਟ ਗਿਆ। ਆਮ ਤੌਰ ਤੇ ਸੰਸਾਰ ਵਿੱਚ ਬੰਦਾ ਮਾਇਆ ਦੇ ਨਾਲ ਮੋਹ ਪਾ ਕੇ ਰੱਖਦਾ, ਪਦਾਰਥਾਂ ਦੇ ਨਾਲ ਮੋਹ ਪਾ ਕੇ ਰੱਖਦਾ। ਪਰ ਗੁਰੂ ਸਵਾਰਿਓ, ਜਿਹੜੇ ਰੱਬ ਦੇ ਪਿਆਰੇ ਨੇ, ਉਹ ਪਰਮਾਤਮਾ ਦੇ ਨਾਲ ਪਿਆਰ ਪਾ ਕੇ ਰੱਖਦੇ ਨੇ। ਅਸੀਂ ਇਤਿਹਾਸ ਦੇ ਪੰਨੇ ਪੜ੍ਹਨੇ ਆ। ਅੱਜ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜਿਨ੍ਹਾਂ ਦਾ ਪਾਵਨ ਪ੍ਰਗਟ ਦਿਵਸ ਵੀ ਹੈ, ਸਾਰਾ ਸਿੱਖ ਜਗਤ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਿਹਾ। ਤੇ ਅਸੀਂ ਜਾਣਦੇ ਹਾਂ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ, ਉਹਨਾਂ ਦਾ ਕਿਤੇ ਜੀਵਨ ਪੜ੍ਹ ਕੇ ਵੇਖੀਏ ਨਾ, ਤੇ ਸਾਰੀ ਜ਼ਿੰਦਗੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਪਣੇ ਨੇਤਰ ਮੂੰਦ ਕੇ ਰੱਖਦੇ ਸਨ। ਉਹਨਾਂ ਦੇ ਨੇਤਰ ਬੰਦ ਰਹਿੰਦੇ ਸਨ। ਕਿਉਂ? ਕਿਉਂਕਿ ਜਿਹੜਾ ਹਿਰਦਾ ਰਸ ਦੇ ਨਾਲ ਭਰਿਆ ਹੈ ਨਾ, ਉਹ ਰਸ ਕਿਤੇ ਖਾਰਜ ਨਾ ਹੋ ਜਾਏ। ਉਹ ਆਨੰਦ ਵਿੱਚ ਰਹਿੰਦੇ ਨੇ, ਉਹ ਨਾਮ ਵਿੱਚ ਜੁੜੇ ਰਹਿੰਦੇ ਨੇ। ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜਿਨ੍ਹਾਂ ਦਾ ਸਾਰਾ ਜੀਵਨ ਜਿਹੜਾ ਉਹ ਇਬਾਦਤ ਤੋਂ ਲੈ ਕੇ ਸ਼ਹਾਦਤ ਤੱਕ ਦਾ ਹੈ। ਮੇਰੇ ਕੋਲ ਸਮਾਂ ਨਹੀਂ ਮੈਂ ਬਹੁਤਾ ਤੁਹਾਡੇ ਨਾਲ ਕੋਈ ਵਿਚਾਰ ਸਾਂਝੀ ਕਰਾਂ, ਪਰ ਮੈਂ ਇੰਨੀ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਕਿ ਵੇਖੋ,
गुरु एक जोत है, तो जोत जिहड़ी है ना, जोत प्रगट हुंदी है, जोत ही प्रगट हुंदी है। वो कहंदे ने ना, एक बच्चा किते जोत लैके जा रहा सी ते अगों एक महापुरुष मिल पे, आवाज़ मारी, बेटा गल सुन। बाबा जी दसो। कहन लगे, तेनों पता है जोत कित्थों आई है? जिहड़ी लैके दौड़िया जा रहा, तेनों पता है जोत कित्थों आई है? बच्चा बड़ा सियाणा सी, उन्हें फूक मार के बुझा दी। कहंदा, बाबा जी ये दसो जोत गई कित्थे है, तो मैं दस दियांगा जोत आई कित्थों है। जोत गुप्त हुंदी है, जोत प्रगट हुंदी है, क्योंकि परमात्मा भी जोत स्वरूप है। सब में जोत, जोत है सोए तिसते चानन, सब में चानन होए, गुर साखी जोत प्रगट होए। गुरु जोत है, और ये जोत सिर्फ श्री गुरु हरकृष्ण महाराज जी दे विच जदों आई, ते उस तो बाद दिल्ली दी धरती ते पातशाह जी ने मनुखता दा रोग अपने ते लै लिया, और छोटी उम्र दे विच ही परलोक गमन किया। एक विद्वान ने कहा सी, वो कहंदे ने एक एक दिन नूं एक एक पल दिता, एक एक पल नूं एक एक साल दिता। छोटी उम्र गुरु नानक दे फलसफे दा दीवा सारे संसार विच बाल दिता। छोटी उम्र विच गुरु हरकृष्ण महाराज जी ने जो गुरु नानक दा फलसफा सी सारे संसार दे सामने रख दिता। समा आया ते उस वेले जदों ज्योति जोत समान लगे ना, ते पुछ लिया रब दे प्यारियां ने, कहन लगे महाराज हुणे जोत किथे? ते गुरु हरकृष्ण महाराज ने कह दिता, कहन लगे बाबा बसै ग्राम बकाले, बन गुर संगत सकल संभाले। कहन लगे हुण बाबा बकाले विच है। इस नगर का नाम केवल बकाला सी, पर गुरु हरकृष्ण महाराज जी दे रिश्ते विच दादा जी लगते ने गुरु तेग बहादुर पातशाह। इसे करके दादे नूं बाबा शब्द कह के भी बुलाया जाता है। तो कहन लगे कि बाबा हुण बकाले विच है। जदों ये सुनिया तो फिर कईयां नूं भाजड़ पै गई, कईयां ने उत्थे आके मंजियां रख के बैठ गए, और सब तो वड्डा दावेदार धीर मल सी, क्योंकि बाबा गुरदित्ता जी दा गुरु सवारियो इस पुत्र है। इसने भी दावा किया, ये कोल धन गुरु ग्रंथ साहब महाराज का स्वरूप भी सी। सब तो वड्डा दावेदार ये बनया। इन्हां दिनां विच ही मक्खण शाह जिसका किते जहाज सूरत की बंदरगाह विच फस गया, तो सारियां ने कह दिता कि सज्जणा ये तेरा जहाज हुण निकल नहीं सकता, कोई दुनिया का मलाह नहीं इनू पार ला सकता। तो उसनूं इन्ना भरोसा सी अपने गुरु ते, कहन लगा मेरा एक मलाह है, मैनू उहदे कोल बेनती करन दिओ। ते कहंदे ने जपजी साहब का पाठ करके जदों अरदास कीती ते मेरे गुरु ने कृपा करके जहाज बन्ने ला दिता। मेरा गुरु केवल सागर नहीं, भव सागरां विचों जीवन दीयां बेड़ियां भी पार लांदा है। ऐसा मेरा सतगुरु है। जदों बेड़ा बन्ने लाया ते मक्खण शाह इसने सुखिया सी कि पातशाह तेरे दरबार विच 500 मोहर लैके आवांगा। जदों दिल्ली आया तो पुछया कि गुरु नानक दी जोत, तो उन्होंने कह दिता महाराज गुरु हरकृष्ण महाराज कह के गए ने कि बाबा बसै ग्राम बकाले। मक्खण शाह ने अपने 500 साथी नाल ले, अपने 2 पुत्रां नूं लाल चंद ते नंद लाल इन्हां नूं भी नाल लिया, ते पहुँच गया बाबे बकाले की धरती ते। पर इत्थे झूठ की एडी मंडी लगी सी। इत्थे ते जदों पता लगा कि वड्डा व्यापारी आया, तो कई अगों सत्कार वजों लैण वास्ते गए। तो मक्खण शाह सोचदा है कि मना गुरु नानक दा घर ते बड़ा बेपरवाह है, वो तो परवाह नहीं करता, पर ये तो खुशामद करते फिरदे ने। पर खैर भाई मक्खण शाह ने फिर सारे अगे 2-2 मोहरां रखियां, 2-2 मोहरां रखियां सोने दियां, ते ये तरन दियां असीसां देण। ते मक्खण शाह अंदरों डुबदा जा रहा है कि मना पहाड़ उड़ सकते ने, सागर सुक सकते ने, सूरज ठंडा पै सकता है, पर मेरे गुरु का कीता वचन कदे झूठा नहीं हो सकता। गुरु सवारियो उस वेले जदों सारियां नूं 2-2 मोहरां दे दित्तियां, ते फिर पुछया, कहन लगे कोई होर है?
ਤੇ ਇੱਕ ਨੇ ਕਹਿ ਦਿੱਤਾ, ਕਹਿਣ ਲੱਗੇ ਹਾਂ ਇੱਕ ਹੈ ਤੇਗਾ ਤੇਗਾ ਕਹਿੰਦੇ ਨੇ, ਉਹ ਅੰਦਰ ਹੀ ਰਹਿੰਦੇ ਨੇ, ਕਦੇ ਬਾਹਰ ਨਹੀਂ ਆਉਂਦੇ। ਪੁੱਛਿਆ ਵੀ ਹੈਣ ਕੌਣ? ਤੇ ਪਤਾ ਲੱਗਾ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸਭ ਤੋਂ ਛੋਟੇ ਸਪੁੱਤਰ ਨੇ। ਉਸ ਵੇਲੇ ਭਾਈ ਗੜੀਆ ਜੀ ਕੋਲ ਬੈਠੇ ਸਨ। ਪਰ ਮੈਂ ਵੀ ਬੇਨਤੀ ਕਰਾਂ, ਉਸ ਤੋਂ ਪਹਿਲਾਂ ਭਾਈ ਦਰਗਾਹ ਮਲ, ਦਵਾਰਕਾ ਦਾਸ, ਇਹਨਾਂ ਨੇ ਦਿੱਲੀ ਤੋਂ ਭਾਈ ਦਵਾਰਕਾ ਦਾਸ, ਉਹਨਾਂ ਨੇ ਗੁਰਿਆਈ ਦੀ ਜਿਹੜੀ ਸਮੱਗਰੀ ਸੀ ਨਾ ਉਹ ਲਿਆ ਕੇ ਤੇ ਗੁਰਿਆਈ ਦਾ ਤਿਲਕ ਬਾਬਾ ਗੁਰਦਿੱਤਾ ਜੀ ਨੇ ਲਾ ਦਿੱਤਾ ਸੀ। ਮਾਤ ਨਾਨਕੀ ਜੀ ਨੇ ਇਹਨਾਂ ਨੂੰ ਬੁਲਾਇਆ, ਪਰ ਇੱਥੇ ਆ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਤਿਆਗ ਔਰ ਵੈਰਾਗ ਦੀ ਮੂਰਤ ਕਹਿਣ ਲੱਗੇ, ਤੁਸੀਂ ਕਿਸੇ ਨਾਲ ਗੱਲ ਨਹੀਂ ਕਰਨੀ, ਕੋਈ ਦਾਵਾ ਨਹੀਂ। ਤੇ ਅੱਜ ਜਦੋਂ ਮੱਖਣ ਸ਼ਾਹ ਤੁਰਿਆ ਆਉਂਦਾ ਨਾ ਤੇ 500 ਸਿਪਾਹੀ ਨਾਲ ਹੈ, ਤੇ ਉਸ ਵੇਲੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਕਿਹਾ, ਭਾਈ ਗੜੀਆ ਆ ਰੌਲਾ ਕਾਹਦਾ ਪੈ ਰਿਹਾ ਹੈ? ਕਹਿਣ ਲੱਗੇ, ਮਹਾਰਾਜ ਮੱਖਣ ਸ਼ਾਹ ਆਉਂਦਾ ਪਿਆ ਦਰਸ਼ਨ ਕਰਨ ਵਾਸਤੇ। ਤੇ ਮੇਰੇ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਗੜੀਆ ਮੱਖਣ ਸ਼ਾਹ ਨੂੰ ਕਹਿ ਦੇ ਗੁਰੂ ਕੋਲ ਆਉਣ ਦੀ ਜਾਚ ਸਿੱਖ ਲਵੇ, ਇੱਥੇ ਵਿਖਾਵੇ ਕੀਤਿਆਂ ਗੱਲ ਨਹੀਂ ਉਹ ਬਣਦੀ, ਇੱਥੇ ਤੇ ਕੇਵਲ ਜਿੰਨਾ ਕੋਈ ਨੀਵਾਂ ਹੋ ਕੇ ਆਏਗਾ ਓਨੀਆਂ ਹੀ ਝੋਲੀਆਂ ਭਰ ਕੇ ਜਾਂਦਾ ਹੈ। ਜਦੋਂ ਭਾਈ ਗੜੀਆ ਜੀ ਨੇ ਜਾ ਕੇ ਕਿਹਾ, ਮੱਖਣ ਸ਼ਾਹ ਮੇਰੇ ਗੁਰੂ ਦਾ ਹੁਕਮ ਹੈ ਕਿ ਜੇ ਦਰਸ਼ਨ ਕਰਨ ਆਉਣਾ ਹੀ ਤੇ ਪਹਿਲਾਂ ਜਾਚ ਸਿੱਖ, ਇੱਥੇ ਵਿਖਾਵੇ ਨਹੀਂ ਕੀਤੇ ਜਾਂਦੇ। ਮੱਖਣ ਸ਼ਾਹ ਅੰਦਰੋਂ ਫਿਸ ਪਿਆ, ਕਹਿਣ ਲੱਗਾ, ਮਨਾ ਗੁਰੂ ਇੱਥੇ ਹੀ ਆ, ਇਹ ਪੂਰਿਆਂ ਦੀ ਅਵਸਥਾ ਹੈ। ਜੋੜਾ ਉਤਾਰਿਆ, ਨੰਗੇ ਪੈਰੀਂ ਗਿਆ ਤੇ ਜਾ ਕੇ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਦੀਦਾਰ ਕੀਤਾ, ਮੇਰੇ ਸਤਿਗੁਰੂ ਜੀ ਦੇ ਦਰਸ਼ਨਾਂ ਦੀ ਝਾਲ ਹੀ ਨਾ ਚੱਲ ਸਕਿਆ ਤੇ ਚੌਫਾਲ ਚਰਨਾਂ ਤੇ ਡਿੱਗ ਪਿਆ। ਪਰ ਗੁਰੂ ਸਵਾਰਿਓ, ਜਿਹੜਾ ਬੰਦਾ ਕਹਿੰਦੇ ਨੇ ਦੁੱਧ ਦਾ ਸੜਿਆ ਨਾ ਲੱਸੀ ਨੂੰ ਵੀ ਫੂਕਾ ਮਾਰ ਮਾਰ ਪੀਂਦਾ, ਇਸ ਨੇ ਫਿਰ ਵੀ 2 ਮੋਹਰਾਂ ਰੱਖੀਆਂ ਤੇ ਮੱਥਾ ਟੇਕ ਦਿੱਤਾ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ, ਸੱਜਣਾ ਗੁਰੂ ਨਾਨਕ ਦਾ ਘਰ ਹੈ, ਇੱਥੇ ਮਾਇਆ ਦੀ ਕੋਈ ਭੁੱਖ ਨਹੀਂ, ਪਰ ਇੱਧਰ ਵੇਖ ਸਾਡੇ ਮੋਢੇ ਤੇ ਅਜੇ ਵੀ ਤੇਰੇ ਜਹਾਜ਼ ਦੇ ਕਿੱਲਾਂ ਦੇ ਨਿਸ਼ਾਨ ਲੱਗੇ ਹੋਏ ਨੇ। ਤੂੰ 500 ਸੁੱਖ ਕੇ ਤੇ ਅੱਜ 2 ਮੋਹਰਾਂ। ਬਸ ਜਦੋਂ ਇਹ ਸੁਣਿਆ ਨਾ ਤੇ ਉਸੇ ਵੇਲੇ ਫਿਰ ਕੋਠੇ ਤੇ ਚੜ ਗਿਆ। ਗੁਰੂ ਲਾ ਦੋ ਰੇ, ਗੁਰੂ ਲਾ ਦੋ ਰੇ, ਗੁਰੂ ਲਾ ਦੋ ਰੇ। ਉੱਚੀ ਆਵਾਜ਼ ਵਿੱਚ ਕਈ ਪੁਕਾਰ, ਸਤਿਗੁਰ ਮਿਲਿਓ ਹੈ ਸਿਰਜਣਹਾਰ। ਉੱਚੇ ਪੱਲਾ ਫੇਰ ਦਿੱਤਾ ਕਿ ਦੁਨੀਆ ਦੇ ਲੋਕੋ ਮੈਨੂੰ ਗੁਰੂ ਲੱਭ ਪਿਆ ਜੇ, ਮੈਨੂੰ ਗੁਰੂ ਲੱਭ ਗਿਆ। ਪਰ ਜਦੋਂ ਸੱਚ ਦਾ ਸੂਰਜ ਚੜ੍ਹਦਾ ਨਾ, ਫਿਰ ਧੂੜ ਦੇ ਬੱਦਲਾਂ ਨੂੰ ਕਿਤੇ ਥਾਂ ਨਹੀਂ ਜੇ ਲੱਭਦੀ। ਉਸ ਵੇਲੇ ਫਿਰ ਸਾਰੇ ਜਿਹੜੇ ਸਨ ਪਖੰਡੀ ਆਪਣਾ ਡੇਰਾ ਛੱਡ ਕੇ ਦੌੜ ਗਏ। ਤੇ ਧੀਰ ਮੱਲ, ਇਸ ਨੂੰ ਸ਼ੀਏ ਮਸੰਦ ਨੇ ਕਿਹਾ, ਕਹਿਣ ਲੱਗਾ, ਧੀਰ ਮੱਲਾ ਹੁਣ ਤੇਰੇ ਹੱਥੋਂ ਬਾਜੀ ਗਈ, ਬਸ ਇੱਕ ਕੰਮ ਕਰ, ਆ ਇੱਕ ਗੋਲੀ ਇਹਨਾਂ ਦੇ ਮੱਥੇ 'ਚ ਮਾਰ ਦੇ ਤੇ ਉਸ ਤੋਂ ਬਾਅਦ ਤੇਰਾ ਰਸਤਾ ਫਿਰ ਖਾਲੀ ਹੋ ਜਾਏਗਾ, ਕਿਸੇ ਦਾਵਾ ਕਰਨਾ ਹੀ ਨਹੀਂ। ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਤੇ ਗੋਲੀ ਵੀ ਚਲਾਈ ਗਈ। ਪਰ ਵੇਖੋ ਕਿੰਨਾ ਕੁ ਧੀਰਜ ਹੈ ਮੇਰੇ ਪਾਤਸ਼ਾਹ ਜੀ ਦੇ ਅੰਦਰ। ਮੇਰੇ ਸਾਹਿਬ ਜੀ ਕਹਿੰਦੇ ਨੇ, ਧੀਰ ਮੱਲ ਭਲੇ ਧੀਰ ਮੱਲ ਭਲੇ ਜੀ, ਭਲੇ ਧੀਰ ਮੱਲ ਧੀਰ, ਬਹੁ ਬਾਰ ਸਤਿਗੁਰੂ ਕੇ ਇਹ ਬਚ ਗੁਣੀ ਗਹੀਰ। ਕਹਿੰਦੇ ਨੇ ਸਤਿਗੁਰੂ ਜੀ ਨੇ ਕਿੰਨੀ ਵਾਰੀ ਕਿਹਾ, ਧੀਰ ਮੱਲ ਵਾਹਿਗੁਰੂ ਤੇਰਾ ਭਲਾ ਕਰੇ, ਵਾਹਿਗੁਰੂ ਤੈਨੂੰ ਅੰਦਰ ਦੀ ਸ਼ਾਂਤੀ ਦੇਵੇ। ਪਰ ਸੱਜਣਾ, ਗੋਲੀਆਂ ਦੇ ਨਾਲ ਸੱਚ ਦੀ ਜੋਤ ਕਦੇ ਨਹੀਂ ਬੁਝਦੀ। ਔਰ ਗੁਰੂ ਸਵਾਰਿਓ, ਇਸ ਤਰ੍ਹਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਬਾਬੇ ਬਕਾਲੇ ਦੀ ਧਰਤੀ ਤੇ ਪ੍ਰਗਟ ਹੋਏ। ਭਾਈ ਮੱਖਣ ਸ਼ਾਹ ਜਿਹੜਾ ਕਿ ਬੜਾ ਵੱਡਾ ਵਪਾਰੀ ਸੀ, 2 ਸ਼ਾਹ ਮਿਲੇ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ। ਇੱਕ ਉਹ ਹੈ ਜਿਹੜਾ ਲੱਖੀ ਸ਼ਾਹ ਤੇ ਦੂਸਰਾ ਹੈ ਮੱਖਣ ਸ਼ਾਹ। ਲੱਖੀ ਸ਼ਾਹ ਉਹ ਹੈ ਜਿਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਧੜ ਦਾ ਸੰਸਕਾਰ ਆਪਣੇ ਘਰ ਨੂੰ ਅੱਗ ਲਾ ਕੇ ਦਿੱਲੀ ਵਿੱਚ ਕੀਤਾ, ਜਿੱਥੇ ਗੁਰਦੁਆਰਾ ਰਕਾਬਗੰਜ ਹੈ। ਉਹ ਵੀ ਸ਼ਾਹ ਹੈ। ਤੇ ਇਹ ਸ਼ਾਹ ਉਹ ਹੈ ਜਿਸ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਪ੍ਰਗਟ ਕੀਤਾ ਸੀ। ਇੱਕ ਅਦੀਬ ਕਹਿੰਦਾ ਕਿ ਇੱਕ ਸ਼ਾਹ ਨੇ ਸ਼ਾਹਾਂ ਦੇ ਸ਼ਾਹ ਨੂੰ ਵਿੱਚ ਬਕਾਲੇ ਦੇ ਪ੍ਰਗਟਾਇਆ। ਗੁਰੂ ਲਾ ਦੋ ਰੇ, ਗੁਰੂ ਲਾ ਦੋ ਰੇ, ਉੱਚੇ ਚੜ੍ਹ ਉਸ ਰੌਲਾ ਪਾਇਆ। ਇੱਕ ਸ਼ਾਹ ਨੇ ਸ਼ਾਹਾਂ ਦੇ ਸ਼ਾਹ ਨੂੰ
ਇੱਕ ਸ਼ਾਹ ਨੇ ਸ਼ਾਹਾਂ ਦੇ ਸ਼ਾਹ ਨੂੰ ਆਪਣੇ ਘਰ ਦੇ ਵਿੱਚ ਲੁਕਾਇਆ, ਆਪਣੇ ਘਰ ਨੂੰ ਆਪਣੇ ਹੱਥੀਂ ਆਪੇ ਹੀ ਉਸ ਲਾਂਬੂ ਲਾਇਆ। ਉਹਨੇ ਆਪਣਾ ਫਰਜ਼ ਨਿਭਾਇਆ, ਉਹਨੇ ਆਪਣਾ ਫਰਜ਼ ਨਿਭਾਇਆ। ਪਰ ਇਹ ਗੁਰੂ ਤੇਗ ਬਹਾਦਰ ਪਾਤਸ਼ਾਹ ਗੁਰੂ ਸਵਾਰਿਓ, ਜਿਨ੍ਹਾਂ ਦੇ ਸਦਕਾ ਅੱਜ ਹਿੰਦੁਸਤਾਨ ਦਾ ਇਹ ਜੋ ਸੰਸਕ੍ਰਿਤੀ ਹੈ ਇਹ ਕਾਇਮ ਹੈ। ਜੇ ਗੁਰੂ ਤੇਗ ਬਹਾਦਰ ਪਾਤਸ਼ਾਹ ਆਪਣਾ ਬਲੀਦਾਨ ਨਾ ਦਿੰਦੇ ਤੇ ਅੱਜ ਇੱਥੇ ਸਾਰੇ ਹੀ ਮੁਸਲਮਾਨ ਹੁੰਦੇ, ਇਸ ਦੇਸ਼ ਦਾ ਨਕਸ਼ਾ ਕੁਝ ਹੋਰ ਹੁੰਦਾ। ਇੱਕ ਅਦੀਬ ਕਹਿੰਦਾ ਅੱਜ ਤੱਕ ਕਾਇਮ ਹੈ ਚਾਂਦਨੀ ਚੌਕ ਸਦਕਾ ਨਕਸ਼ਾ ਹਿੰਦੂ ਅਤੇ ਹਿੰਦੁਸਤਾਨ ਵਾਲਾ। ਸਾਨੂੰ ਚਾਂਦਨੀ ਚੌਕ ਨੇ ਬਖਸ਼ਿਆ ਏ ਜੀਵਨ ਅਣਖ ਵਾਲਾ, ਜੀਵਨ ਆਉਣ ਵਾਲਾ। ਜਦੋਂ ਚਾਂਦਨੀ ਚੌਕ ਦੀ ਹੋਈ ਕਿਰਪਾ, ਫਿਰ ਗਿਆ ਸਾਜਿਆ ਪੰਥ ਕਰਪਾਣ ਵਾਲਾ। ਜਦ ਤੱਕ ਚਾਂਦਨੀ ਚੌਕ ਦਾ ਸਿਰੜ ਕਾਇਮ, ਕੋਈ ਨਹੀਂ ਜੰਮਿਆ ਸਾਨੂੰ ਮਿਟਾਉਣ ਵਾਲਾ। ਗੁਰੂ ਉਹ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਦਾ ਪ੍ਰਗਟ ਦਿਵਸ ਸਾਰੀਆਂ ਸੰਗਤਾਂ ਬੜੀ ਭਾਵਨਾ ਨਾਲ ਮਨਾ ਰਹੀਆਂ, ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਆਓ ਜੋ ਲੜੀਵਾਰ ਪਾਵਨ ਬਾਣੀ ਦੀ ਵਿਚਾਰ ਚੱਲ ਰਹੀ ਹੈ ਸਿੱਧ ਗੋਸ਼ਟ, ਉਸ ਵਿੱਚੋਂ ਸਰਵਣ ਕਰੀਏ ਜੀ। ਡੋਲਤ ਡੋਲਤ ਹੈ ਸਖੀ ਫਾਟੇ ਚੀਰ ਸਿਗਾਰ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਪੈ ਕਰਦੇ ਨੇ, ਡੋਲਤ ਡੋਲਤ ਹੈ ਸਖੀ ਫਾਟੇ ਚੀਰ ਸ਼ਿੰਗਾਰ। ਕਹਿੰਦੇ ਨੇ ਕਿ ਹੇ ਸਖੀਏ, ਇਹ ਮਨੁੱਖ ਜਿਹੜਾ ਮਨ ਹੈ ਇਹ ਡੋਲਦਾ ਰਹਿੰਦਾ ਹੈ। ਇਹ ਉਸ ਪਰਮਾਤਮਾ ਦੇ ਨਾਲ ਇਸ ਦੀ ਜਿੰਨਾ ਚਿਰ ਸਾਂਝ ਨਹੀਂ ਨਾ ਬਣਦੀ, ਉਹਨਾਂ ਚਿਰ ਇਹ ਮਨੁੱਖ ਜਿਹੜਾ ਅੰਦਰੋਂ ਡੋਲਦਾ ਹੈ। ਔਰ ਮਨੁੱਖ ਦੇ ਕੀਤੇ ਹੋਏ ਸ਼ਿੰਗਾਰ ਵੀ ਕਿਸੇ ਅਰਥ ਨਹੀਂ ਆਉਂਦੇ ਹਨ। ਨਾਹਪਨ ਤਨ ਸੁਖ ਨਹੀਂ ਬਿਨ ਡਰ ਬਿਨ ਠੀਡਾਰ। ਕਹਿੰਦੇ ਨੇ ਪੇਡਾਪਨ ਤਨ ਸੁਖ ਨਹੀਂ ਬਿਨ ਡਰ ਬਿਨ ਢਾਰ। ਕਹਿੰਦੇ ਨੇ ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਸੁਖ ਜਿਹੜਾ ਉਹ ਪ੍ਰਾਪਤ ਨਹੀਂ ਹੋ ਸਕਦਾ। ਔਰ ਜਿੰਨਾ ਚਿਰ ਮਨੁੱਖ ਅੰਦਰੋਂ ਡਰਿਆ ਹੋਇਆ ਹੈ, ਜਿੰਨਾ ਚਿਰ ਅੰਦਰ ਮਨੁੱਖ ਦੇ ਡਰ ਹੈ, ਉਹਨਾਂ ਚਿਰ ਉਸ ਨਿਡਰ ਨਾਲ ਸਮਝੋ ਇਹਦੀ ਸਾਂਝ ਨਹੀਂ ਪਈ। ਪਰ ਜਦੋਂ ਉਸ ਨਿਡਰ ਦੇ ਨਾਲ ਪਰਮਾਤਮਾ ਦੀ ਸਾਂਝ ਪੈ ਗਈ, ਨਿਰਭਉ ਜਪੈ ਸਕਲ ਭਉ ਮਿਟੈ, ਫਿਰ ਸਾਰੇ ਹੀ ਡਰ ਜਿਹੜੇ ਨੇ ਉਹ ਮਿਟ ਜਾਂਦੇ ਹਨ। ਡਰ ਪਮੂਈ ਕਰ ਆਪਣਾ ਡਿਠੀ ਕੰਤ ਸੁਜਾਨ। ਸਾਹਿਬ ਜੀ ਇੱਥੇ ਬਖਸ਼ਿਸ਼ ਪੈ ਕਰਦੇ ਨੇ, ਕਹਿੰਦੇ ਨੇ ਡਰ ਪਮੂਈ ਘਰ ਆਪਣੇ ਡੀਠੀ ਕੰਥ ਸੁਜਾਨ। ਕਹਿੰਦੇ ਨੇ ਕਿ ਇਹ ਜੀਵ ਇਸਤਰੀ ਡਰ ਪਮੂਈ ਘਰ ਆਪਣੇ, ਉਸ ਪਰਮਾਤਮਾ ਜੋ ਪਰਿਪੂਰਨ ਪਰਮਾਤਮਾ ਹੈ ਉਹਦੇ ਨਾਲੋਂ ਟੁੱਟ ਕੇ ਇਸ ਜੀਵਨ ਵਿੱਚ ਇਹਦਾ ਸਾਰਾ ਜੀਵਨ ਹੀ ਡਰਦਿਆਂ ਹੀ ਬੀਤ ਜਾਂਦਾ ਹੈ। ਔਰ ਜਦੋਂ ਉਸ ਪਰਮਾਤਮਾ ਦੇ ਨਾਲ ਇਸ ਦੀ ਸਾਂਝ ਪੈਂਦੀ ਹੈ, ਫਿਰ ਇਹ ਨਿਡਰ ਰਖਵਾ ਸਕਦੀ ਹੈ। ਡਰ ਰੱਖਿਆ ਗੁਰ ਆਪਣਾ ਨਿਰਭਉ ਨਾਮ ਵਖਾਨ। ਡਰ ਰਾਖਿਆ ਗੁਰ ਆਪਣੇ ਨਿਰਭਉ ਨਾਮ ਵਖਾਣ। ਪਰ ਜਿਸ ਨੇ ਆਪਣੇ ਗੁਰੂ ਦਾ ਡਰ ਹਿਰਦੇ ਵਿੱਚ ਰੱਖਿਆ ਹੈ, ਉਸ ਨੂੰ ਨਿਰਭਉ ਨਾਮ ਵਖਾਣ। ਉਹ ਨਾਮ ਨਿਰਭਉ ਦਾ ਨਾਮ ਜਦੋਂ ਹਿਰਦੇ ਵਿੱਚ ਵਸ ਜਾਂਦਾ ਹੈ ਤੇ ਫਿਰ ਅੰਦਰ ਦਾ ਡਰ ਜਿਹੜਾ ਹੈ ਉਹ ਖਤਮ ਹੋ ਜਾਂਦਾ ਹੈ। ਡੂਗਰ ਵਾਸ ਤਿਖਾ ਕਣੀ ਜਬ ਦੇਖਾ ਨਹੀਂ ਦੂਰ। ਕਹਿੰਦੇ ਨੇ ਕਿ ਡੂਗਰ ਵਾਸ ਤਿਖਾ ਕਣੀ ਜਬ ਦੇਖਾ ਨਹੀਂ ਦੂਰ। ਜਦੋਂ ਉਸ ਪਰਿਪੂਰਨ ਪਰਮਾਤਮਾ ਉਸ ਨੂੰ ਪਿਆਰ ਦੀ ਨੀਜ਼ ਦੇ ਨਾਲ ਵੇਖਿਆ ਤੇ ਫਿਰ ਇਸ ਗੱਲ ਦੀ ਸਮਝ ਆਈ ਕਿ ਉਹ ਪਰਮਾਤਮਾ ਜਿਹੜਾ ਹੈ ਜਬ ਦੇਖਾ ਨਹੀਂ ਦੂਰ, ਉਹ ਪਰਮਾਤਮਾ ਦੂਰ ਨਹੀਂ ਹੈ, ਉਹ ਤੇ
ਤੇਰੇ ਨੇੜੇ ਹੀ ਵਸ ਰਿਹਾ ਹੈ। ਤਿਖਾ ਨਿਵਾਰੀ ਸ਼ਬਦ ਮਨ ਅੰਮ੍ਰਿਤ ਪੀਆ ਭਰਪੂਰ। ਜਦੋਂ ਨਾਮ ਰੂਪੀ ਅੰਮ੍ਰਿਤ ਦੀ ਦਾਤ ਮਿਲ ਗਈ ਤੇ ਸਾਰੀ ਜਿਹੜੀ ਸੀ ਨਾ ਅੰਦਰ ਦੀ ਪਿਆਸ ਉਹ ਮਿਟ ਗਈ। ਤਿਖਾ ਨਿਵਾਰੀ ਸ਼ਬਦ ਮਨ ਅੰਮ੍ਰਿਤ ਪੀਆ ਭਰਪੂਰ। ਨਾਮ ਰੂਪੀ ਅੰਮ੍ਰਿਤ ਦੀ ਦਾਤ ਜਿਹਦੇ ਨਾਲ ਅੰਦਰ ਦਾ ਸਾਰਾ ਜੋ ਹੈ ਉਹ ਤ੍ਰਿਖਾ ਜਿਹੜੀ ਸੀ ਉਹ ਮਿਟ ਗਈ ਹੈ। ਦੇਹ ਦੇਹ ਆਖੈ ਸਭ ਕੋਈ ਜੈ ਭਾਵੈ ਤਾ ਦੇ। ਕਹਿੰਦੇ ਨੇ ਮੰਗਣ ਵਾਲੇ ਤੇ ਸਾਰੇ ਹੀ ਨੇ, ਪਰ ਜਦੋਂ ਉਹ ਪਰਿਪੂਰਨ ਪਰਮਾਤਮਾ ਜਿਸ ਤੇ ਦਇਆ ਕਰਦਾ ਹੈ ਉਸ ਨੂੰ ਹੀ ਇਹ ਦਾਤ ਦਿੰਦਾ ਹੈ। ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ। ਉਸ ਨੂੰ ਹੀ ਇਹ ਦਾਤ ਮਿਲਦੀ ਹੈ। ਗੁਰੂ ਦੁਆਰਾ ਦੇਵਸੀ ਤਿਖਾ ਨਿਵਾਰੈ ਸੋਏ। ਗੁਰੂ ਦੁਆਰੇ ਦੇਵਸੀ ਤਿਖਾ ਨਿਵਾਰੈ ਸੋਏ। ਕਹਿੰਦੇ ਨੇ ਇਹ ਦਾਤ ਗੁਰੂ ਤੋਂ ਪ੍ਰਾਪਤ ਹੁੰਦੀ ਹੈ ਔਰ ਗੁਰੂ ਹੀ ਇਸ ਪਿਆਸ ਨੂੰ, ਤ੍ਰਿਸ਼ਨਾ ਦੀ ਪਿਆਸ ਨੂੰ ਮਟਾਉਣ ਦੀ ਸਮਰੱਥਾ ਰੱਖਦਾ ਹੈ। ਗੁਰੂ ਆਪ ਹੀ ਕਿਰਪਾ ਕਰੇ। ਗੁਰੂ ਸਵਾਰਿਓ ਕੋਟਾਨ ਕੋਟ ਧੰਨਵਾਦ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਗੁਰੂ ਸਵਾਰੀਆਂ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ, ਜਿਨ੍ਹਾਂ ਨੇ ਬੜੇ ਪਿਆਰ ਵਿੱਚ ਟਿਕ ਕੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਵਿਚਾਰ ਸਰਵਣ ਕੀਤੀ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਿੱਖ ਜਗਤ ਦੀ ਮਾਇਆ ਨਾਜ ਹਸਤੀ ਮਾਨਯੋਗ ਸਿੰਘ ਸਾਹਿਬ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਆਵਾਜ਼ ਮਾਰ ਕੇ ਗੁਰੂ ਸਵਾਰੀਆਂ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ ਜੀ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਦੇਹ ਦੇਹ ਆਖੈ ਸਭ ਕੋਈ ਜੈ ਭਾਵੈ ਤਾ ਦੇ। ਗੁਰੂ ਦੁਆਰਾ ਦੇਵਸੀ ਤਿਖਾ ਨਿਵਾਰੈ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।